ਗਏ ਨੈਣਾ ਚੋਂ ਹੰਝੂ, ਮੁੱਕ ਗਏ ਨੇ ਚਾਵੇ, ਮੁੱਕੀ ਨਾ ਉਡੀਕ ਤੇਰੀ, ਸੱਜਣਾ ਤੂੰ ਆਵੇ, ਸੱਜਣਾ ਤੂੰ ਆਵੇ। ਇਹ ਲਈਏ ਹੁਣ ਤੂੰ ਦਿੱਲੀ, ਦੱਬੀ ਚੱਲ ਟਰੈਕਟਰ ਦੇ ਕਿੱਲੀ। ਓ ਇੱਕ ਦਿਨ ਮੋਦੀ ਬਾਜਾਂ ਮਾਰੂ, ਓਏ ਇੱਕ ਦਿਨ ਮੋਦੀ ਬਾਜਾਂ ਮਾਰੂ, ਆ ਜਾ ਬੈਠ ਕਿਸਾਨਾਂ ਤਾਂ ਹੀ ਗੱਲ ਬਣਨੀ, ਓਏ ਡਟਿਆ ਰਹੀਂ ਕਿਸਾਨਾਂ ਤਾਂ ਹੀ ਗੱਲ ਬਣਨੀ। ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਤੁਸੀਂ ਲਿਖਦੇ ਹੋ, ਅੱਜ ਕੱਲ੍ਹ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਨਕਾਰਨ ਦਾ ਜੋ ਰਵੱਈਆ ਉਹ ਆਮ ਦੇਖਣ ਦੇ ਵਿੱਚ ਮਿਲਦਾ ਹੈ। ਸਾਡੇ ਬੱਚੇ ਜੇਕਰ ਸਕੂਲਾਂ 'ਚ ਪੰਜਾਬੀ ਬੋਲਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਫਾਈਨ ਵੀ ਲਗਾਏ ਜਾਂਦੇ ਨੇ, ਅਤੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਬੱਚਿਆਂ ਦੇ ਉੱਤੇ ਇਸ ਚੀਜ਼ ਦਾ ਕਿੰਨਾ ਕੁ ਫਰਕ ਪੈਂਦਾ ਹੈ ਕਿ ਤੁਸੀਂ ਪੰਜਾਬੀ ਲਿਖਦੇ ਹੋ ਲੇਕਿਨ ਸਕੂਲਾਂ ਦੇ ਵਿੱਚ ਪੰਜਾਬੀ ਤੋਂ ਮਨਾ ਕੀਤਾ ਜਾ ਰਿਹਾ। ਸਿੱਖਿਆ ਕਮਰਸ਼ੀਅਲਾਈਜ਼ ਹੋ ਗਈ, ਅਤੇ ਉਹਦੇ ਨਾਲ ਜਿਹੜੇ ਪ੍ਰਾਈਵੇਟ ਸਕੂਲ ਨੇ, ਇੰਗਲਿਸ਼ ਸਕੂਲ ਨੇ, ਉਹ ਹੋਂਦ ਵਿੱਚ ਆ ਗਏ ਹਨ। ਗੀਤਕਾਰ ਨੇ, ਵਧੀਆ ਗੀਤ ਲਿਖਦੇ ਨੇ, ਤੁਸੀਂ ਖੁਦ ਲਿਖਦੇ ਹੋ ਕਿ ਕਿਸੇ ਕਲਾਕਾਰ ਨੂੰ ਗੀਤ ਦਿੰਦੇ ਆ ਲੇਕਿਨ ਉਸ ਦਾ ਜੋ ਮੇਨ ਬੈਨੀਫਿਟ ਹੈ ਉਹ ਜੋ ਕਲਾਕਾਰ ਆ ਉਹ ਲੈ ਜਾਂਦਾ ਹੈ, ਅਤੇ ਜੋ ਲਿਖਣ ਵਾਲੇ ਨੇ ਉਹਨਾਂ ਨੂੰ ਉਸਦੀ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ। ਗਾਇਕ ਨੇ ਕੋਈ ਇਹਨਾਂ ਦਾ ਖਾਸ ਮੁੱਲ ਨਹੀਂ ਪਾਇਆ ਹੈ, ਬਸ ਆਦਰ ਮਾਣ ਹੀ ਮਿਲਦਾ ਰਿਹਾ, ਸਨਮਾਨ ਹੀ ਮਿਲਦਾ ਰਿਹਾ। ਸਿੰਘ ਮੀਡੀਆ ਤੇ ਪੰਜਾਬ ਅਪ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜਗਦੀਸ਼ ਸਿੰਘ ਕੁਰਾਲੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰ ਹਫ਼ਤੇ ਸਪੈਸ਼ਲ ਮਿਲਣੀ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਦੇ ਹਾਂ ਜਿਸ ਦਾ ਸਮਾਜ ਦੇ ਵਿੱਚ ਕੋਈ ਦੇਣ ਹੋਵੇ, ਕਿਸੇ ਲੈਵਲ ਦੇ ਉੱਤੇ ਕੰਮ ਕੀਤਾ ਹੋਵੇ ਅਤੇ ਪੂਰੀ ਜ਼ਿੰਦਗੀ ਕਿਸੇ ਕੰਮ, ਕਿਸੇ ਖਿੱਤੇ, ਕਿਸੇ ਵਿਰਸੇ ਨੂੰ ਸਮਰਪਿਤ ਕੀਤੀ ਹੋਵੇ। ਉਸੇ ਦੇ ਚੱਲਦੇ ਅੱਜ ਇੱਕ ਅਜਿਹੀ ਸ਼ਖਸੀਅਤ ਦੇ ਰੂਬਰੂ ਆਪ ਜੀ ਨੂੰ ਕਰਾਂਗੇ ਜਿਨ੍ਹਾਂ ਨੇ ਇੱਕ ਨਹੀਂ, ਦੋ ਨਹੀਂ, ਕਈ ਕਿਤਾਬਾਂ ਜੋ ਪੰਜਾਬੀ ਦੇ ਵਿੱਚ ਸਿੱਖ ਕੌਮ ਨੂੰ ਸਮਰਪਿਤ ਕੀਤੀਆਂ, ਧਾਰਮਿਕ ਹੋਣ ਜਾਂ ਸਮਾਜ ਦਾ ਦੁੱਖ ਦਰਦ ਪੇਸ਼ ਕਰਨ ਵਾਲੀਆਂ ਜੋ ਬੁੱਕਸ ਨੇ ਉਹ ਸਾਨੂੰ ਸਮਰਪਿਤ ਕੀਤੀਆਂ ਨੇ। ਮੇਰੀ ਮੁਰਾਦ ਸਰਦਾਰ ਕੁਲਦੀਪ ਸਿੰਘ ਜੀ ਦੀਪ ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਚੈਨਲ ਦੇ ਉੱਤੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੁਹਾਡੇ ਜਨਮ ਤੋਂ ਸਟਾਰਟ ਕਰਾਂਗੇ ਕਿ ਕਿੱਥੇ ਬਚਪਨ ਬੀਤਿਆ ਅਤੇ ਕਿਸ ਤਰ੍ਹਾਂ ਦੀ ਜੋ ਕੁਆਲੀਫਿਕੇਸ਼ਨ ਸੀ ਉਹ ਹਾਸਲ ਕੀਤੀ। ਮੇਰਾ ਜਨਮ ਜੀ ਤਹਿਸੀਲ ਖਰੜ ਦੇ ਇੱਕ ਛੋਟੇ ਜਿਹੇ ਪਿੰਡ ਕੁਰਾਲੀ ਦੇ ਨੇੜੇ ਝਿੰਗੜਾਂ ਕਲਾਂ ਵਿਖੇ 15 ਅਗਸਤ 1952 ਨੂੰ ਪਿਤਾ ਸ਼੍ਰੀ ਚਰਨ ਸਿੰਘ ਹੌਲਦਾਰ ਅਤੇ ਮਾਤਾ ਗੁਰਦਿਆਲ ਕੌਰ ਜੀ ਦੀ ਕੁੱਖੋਂ ਹੋਇਆ। ਅਤੇ ਜਿਹੜੀ ਮੁੱਢਲੀ ਸਿੱਖਿਆ ਦੀ ਗੱਲ ਕਰੀਏ ਉਹ ਕਿੱਥੋਂ ਸਟਾਰਟ ਕੀਤੀ ਅਤੇ ਕਿਸ ਲੈਵਲ ਤੱਕ ਜੋ ਤੁਸੀਂ ਆਪਣੀ ਸਟੱਡੀ ਆ ਕੰਪਲੀਟ ਕੀਤੀ ਜੀ? ਮੈਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ 10ਵੀਂ ਤੱਕ ਦੀ ਸਿੱਖਿਆ ਜਿਹੜੀ ਹੈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਅਤੇ ਗ੍ਰੈਜੂਏਸ਼ਨ ਗੌਰਮੈਂਟ ਕਾਲਜ ਰੂਪਨਗਰ ਤੋਂ ਪ੍ਰਾਪਤ ਕੀਤੀ ਜੀ। ਜਿਸ ਤਰ੍ਹਾਂ ਤੁਸੀਂ ਲਿਖਦੇ ਹੋ, ਤੁਸੀਂ ਕਵਿਤਾਵਾਂ ਲਿਖੀਆਂ ਨੇ, ਲੇਖ ਲਿਖੇ ਨੇ ਜਾਂ ਬਹੁਤ ਕੁਛ ਇਸ ਤਰ੍ਹਾਂ ਦਾ ਜੋ ਲਗਭਗ ਗਜ਼ਲਾਂ ਤੱਕ ਲਿਖੀਆਂ ਨੇ, ਲਿਖਣ ਦਾ ਸ਼ੌਂਕ ਕਦੋਂ ਤੋਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਨਹੀਂ ਮੈਨੂੰ ਕੁਛ ਆਪਣੀ ਸਟੱਡੀ ਦੇ ਨਾਲ ਨਾਲ ਲਿਖਣਾ ਵੀ ਚਾਹੀਦਾ ਹੈ? ਲਿਖਣ ਦਾ ਸ਼ੌਕ ਤਾਂ ਸ਼ੁਰੂ ਤੋਂ ਬਚਪਨ ਤੋਂ ਵੀ ਪਰਮਾਤਮਾ ਵੱਲੋਂ ਸੀ ਕਿਰਪਾ, ਅਤੇ ਇਸ ਦੇ ਨਾਲ ਦੀ ਨਾਲ ਜਦੋਂ ਖੇਤਾਂ ਦੇ ਵਿੱਚ ਕੰਮ ਕਰਨਾ ਜਾਂ ਡੰਗਰ ਪਸ਼ੂ ਚਰਾਉਂਦੇ ਸਮੇਂ ਜਿਹੜੇ ਰਿਕਾਰਡ ਗਾਣੇ ਸੁਣਦੇ ਰਹਿੰਦੇ ਸੀ ਅਕਸਰ ਵਿਆਹ ਸ਼ਾਦੀਆਂ ਦੇ ਵਿੱਚ, ਉਹ ਖੇਤਾਂ ਦੇ ਵਿੱਚ ਗੁਣਗੁਣਾਉਂਦੇ ਰਹਿਣਾ। ਠੀਕ ਹੈ ਜੀ। ਜਦੋਂ ਰੇਡੀਓ ਤੋਂ ਜਿਹੜੇ ਨਵੇਂ ਗੀਤ ਰਿਕਾਰਡ ਜਿਹੜੇ ਸੁਣਨੇ ਤਵੇ, ਤਾਂ ਮਨ ਦੇ ਵਿੱਚ ਮਹਿਸੂਸ ਹੋਣਾ ਕਿ ਇਹ ਜਿਹੜੇ ਤਵੇ ਹਨ, ਇਹ ਗੀਤ ਹਨ, ਇਹਨਾਂ ਨੂੰ ਕੌਣ ਲਿਖਦਾ, ਕੌਣ ਸੰਗੀਤਬੱਧ ਕਰਦਾ ਹੈ। ਇਹ ਸਾਡੇ ਵਰਗਾ ਹੀ ਕੋਈ ਵਿਅਕਤੀ ਹੋਵੇਗਾ।
ਉਸ ਤੋਂ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਜੇ ਉਹ ਵਿਅਕਤੀ ਇਸ ਤਰ੍ਹਾਂ ਦੇ ਅੱਛੇ ਗੀਤ ਕਵਿਤਾਵਾਂ ਲਿਖ ਸਕਦੇ ਹਨ, ਗੀਤਬੱਧ ਕਰ ਸਕਦੇ ਹਨ, ਤਿਆਰ ਕਰ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ਇਸ ਤਰ੍ਹਾਂ ਲਿਖ ਸਕਦਾ, ਕਰ ਸਕਦਾ। ਅਤੇ ਮੈਂ ਇਸ ਤਰ੍ਹਾਂ ਕੋਸ਼ਿਸ਼ ਕੀਤੀ, ਹੌਲੀ ਹੌਲੀ ਮਨ ਦੇ ਵਿੱਚ ਫੁਰਨੇ ਆਏ, ਤੁਕਬੰਦੀ ਪਹਿਲਾਂ ਕਰਦੇ ਰਹੇ, ਹੌਲੀ ਹੌਲੀ ਸ਼ੌਕ ਵੱਧਦਾ ਗਿਆ ਅਤੇ ਸਕੂਲ ਦੇ ਵਿੱਚ ਟੀਚਰਾਂ ਦੀ, ਸਮਾਜ ਦੇ ਵਿੱਚ ਹੋਰ ਵੱਡੇ ਭਰਾ ਭਾਈ ਸਾਹਿਬ, ਭੂਆ ਜੀ ਦੇ ਲੜਕੇ ਸਰਦਾਰ ਮਹਿਮਾ ਸਿੰਘ ਅਰਸ਼ੀ ਕਵੀਸ਼ਰ, ਉਹਨਾਂ ਦੀ ਰਹਿਨੁਮਾਈ ਜਿਹੜੀ ਹੈ ਵੇਲੇ ਕਵੇਲੇ ਮਿਲਦੀ ਰਹੀ ਔਰ ਮੈਂ ਇਸ ਫੀਲਡ ਦੇ ਵਿੱਚ ਅਗਾਂਹ ਵੱਧਦਾ ਰਿਹਾ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਕੰਮ ਸਟਾਰਟ ਕਰਨਾ ਹੋਵੇ ਤਾਂ ਗੁਰ ਧਾਰਨਾ ਜ਼ਰੂਰੀ ਹੈ। ਜਦੋਂ ਲਿਖਣਾ ਸਟਾਰਟ ਕੀਤਾ ਸੀ ਤਾਂ ਕਿਹਨੂੰ ਆਪਣਾ ਆਦਰਸ਼ ਮੰਨਦੇ ਸੀ, ਕਿਹਨਾਂ ਦੀਆਂ ਜੋ ਲਿਖਤਾਂ ਨੂੰ ਪੜ੍ਹ ਕੇ ਤੁਸੀਂ ਉਸ ਲੈਵਲ ਤੱਕ ਲਿਖਣ ਦਾ ਜੋ ਜਜ਼ਬਾ ਹਾਸਲ ਕੀਤਾ? ਲਿਖਤਾਂ ਤਾਂ ਪਹਿਲਾਂ ਤਾਂ ਜਿਹੜੀਆਂ ਸਾਨੂੰ ਟੈਕਸਟ ਬੁੱਕਾਂ ਸੀਗੀਆਂ ਲੱਗੀਆਂ ਹੋਈਆਂ ਪੰਜਾਬੀ ਦੇ ਵਿੱਚ 5ਵੀਂ ਕਲਾਸ ਤੱਕ, ਉਹ ਯਾਦ ਕਰਕੇ ਜਦੋਂ ਟੀਚਰ ਕਹਿੰਦੇ ਸੀ ਕਿਤਾਬ ਸੁਣਾਉਂਦੇ ਸੀਗੇ ਕਲਾਸਾਂ ਦੇ ਵਿੱਚ। ਉਸ ਤੋਂ ਬਾਅਦ ਇਸੇ ਤਰ੍ਹਾਂ ਭਾਈ ਮੋਹਨ ਸਿੰਘ, ਭਾਈ ਵੀਰ ਸਿੰਘ, ਜਿਹੜੇ ਹੋਰ ਕਵੀ ਸੀਗੇ, ਸਾਡੀਆਂ ਸਕੂਲ ਦੇ ਸਿਲੇਬਸ ਦੀਆਂ ਕਿਤਾਬਾਂ 'ਚ ਉਹਨਾਂ ਨੂੰ ਪੜ੍ਹਦੇ ਰਹਿੰਦੇ ਸੀ, ਸੁਣਾਉਂਦੇ ਰਹਿੰਦੇ ਸੀ। ਅਤੇ ਜਿਹੜੇ ਸਾਡੇ ਪੰਜਾਬੀ ਟੀਚਰ ਸੀ ਗਿਆਨੀ ਦਰਸ਼ਨ ਸਿੰਘ ਜੀ, ਉਹ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਸੀ, ਕੋਈ ਸਮਾਗਮ ਹੁੰਦਾ ਸੀ, ਧਾਰਮਿਕ ਪ੍ਰੋਗਰਾਮ ਹੁੰਦੇ ਸੀ, ਗੁਰਪੁਰਬ ਹੁੰਦੇ ਸੀ, ਤਾਂ ਉਹ ਸਾਨੂੰ ਪ੍ਰੇਰਿਤ ਕਰਦੇ ਸੀਗੇ ਕਿ ਤੁਸੀਂ ਕੁਛ ਨਾ ਕੁਛ ਕਿਸੇ ਕਿਤਾਬ 'ਚੋਂ, ਕਿਸੇ ਧਾਰਮਿਕ ਪੁਸਤਕ 'ਚੋਂ, ਜਾਂ ਤੁਸੀਂ ਆਪ ਤਿਆਰ ਕਰਕੇ ਕੋਈ ਰਚਨਾ ਜਿਹੜੀ ਹੈ ਇਹ ਜ਼ਰੂਰ ਸੁਣਾਇਆ ਕਰੋ। ਤਾਂ ਉੱਥੋਂ ਸਾਨੂੰ ਇਹ ਪ੍ਰੇਰਨਾ ਮਿਲੀ ਕਿ ਅਸੀਂ ਕੁਛ ਆਪਣੇ ਦਿਮਾਗ ਦੇ ਫੁਰਨਿਆਂ ਦੇ ਨਾਲ, ਕੋਈ ਇਹਨਾਂ ਦੀ ਰਹਿਨੁਮਾਈ ਦੇ ਨਾਲ, ਤਾਂ ਉਹਨਾਂ ਨੂੰ ਅਸੀਂ ਤਿਆਰ ਕਰਕੇ ਕਲਾਸ ਦੇ ਵਿੱਚ ਵੀ ਜਦੋਂ ਕੋਈ ਸਮਾਗਮ ਹੋਣਾ ਉਸ ਵੇਲੇ ਵੀ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ, ਜੋ ਵੀ ਕੁਛ ਜਿੰਨਾ ਕੁ ਵੀ ਸਾਤੇ ਤਿਆਰ ਹੁੰਦਾ ਸੀ, ਭਾਵੇਂ ਉਹਦਾ ਮਿਆਰ ਨਾ ਬਹੁਤਾ ਉਸ ਵੇਲੇ ਵਧੀਆ ਨਹੀਂ ਸੀ ਹੈ, ਸ਼ੁਰੂਆਤ ਸੀਗੀ, ਉਹ ਅਸੀਂ ਸੁਣਾਉਂਦੇ ਰਹੇ। ਉੱਥੋਂ ਸਾਨੂੰ ਪ੍ਰੇਰਨਾ ਮਿਲੀ। ਹੌਲੀ ਹੌਲੀ ਉਹਦੇ ਵਿੱਚ ਜਿਸ ਤਰ੍ਹਾਂ ਕੋਈ ਵਿਅਕਤੀ ਮਿਲਦੇ ਰਹੇ ਇਸ ਤਰ੍ਹਾਂ ਦੇ ਫੀਲਡ ਦੇ, ਉਹਨਾਂ ਦੇ ਸੁਣ ਕੇ, ਉਹਨਾਂ ਤੋਂ ਸਿੱਖਿਆ ਲੈ ਕੇ ਉਹਦੇ ਵਿੱਚ ਸੁਧਾਰ ਹੁੰਦਾ ਰਿਹਾ। ਅਤੇ ਜੇਕਰ ਆਪਾਂ ਬੁੱਕਸ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਕਿਹੜੀ ਕਿਤਾਬ ਲਿਖੀ ਸੀ ਅਤੇ ਕਿਹੜੇ ਵਿਸ਼ੇ ਦੇ ਉੱਤੇ ਜ਼ਿਆਦਾ ਲਿਖੀ ਗਈ ਸੀ? ਸਭ ਤੋਂ ਪਹਿਲਾਂ ਮੈਂ, ਕਿਉਂਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ 'ਚ, ਖਾਲਸਾ ਸਕੂਲ 'ਚ ਪੜ੍ਹਦਾ ਸੀ, ਉੱਥੇ ਮੋਸਟਲੀ ਜਿਹੜੇ ਸਰਦਾਰ ਸਿੱਖ ਬੱਚੇ ਪਿੰਡਾਂ ਤੋਂ ਹੀ ਜ਼ਿਆਦਾ ਪੜ੍ਹਦੇ ਸੀਗੇ, ਅਤੇ ਮਾਸਟਰਾਂ ਵੱਲੋਂ ਵੀ, ਖਾਸ ਕਰਕੇ ਪੰਜਾਬੀ ਟੀਚਰਾਂ ਵੱਲੋਂ ਜਿਹੜਾ ਹੈ ਧਾਰਮਿਕ ਜਿਹੜੀ ਸਿੱਖਿਆ ਉਹਦੇ 'ਤੇ ਜ਼ੋਰ ਦਿੱਤਾ ਜਾਂਦਾ ਸੀ। ਦਸਾਂ ਗੁਰੂਆਂ ਦੇ, ਗੁਰਬਾਣੀ 'ਤੇ, ਇਹਨਾਂ 'ਤੇ ਜ਼ੋਰ ਦਿੱਤਾ ਜਾਂਦਾ ਸੀ। ਸੋ ਇਸ ਤਰ੍ਹਾਂ ਇਸ ਵਿਸ਼ੇ ਵੱਲ ਸਾਡਾ ਜਿਹੜਾ ਹੈ ਜ਼ਿਆਦਾ ਧਿਆਨ ਆਕਰਸ਼ਿਤ ਹੁੰਦਾ ਰਿਹਾ ਅਤੇ ਉਸ ਤੋਂ ਹੀ ਅਸੀਂ ਪ੍ਰੇਰਿਤ ਹੁੰਦੇ ਰਹੇ। ਉਸ ਕਿਤਾਬ ਦੇ ਕੁਛ ਤੁਕ ਜਾਂ ਕੁਛ ਉਸ ਤਰ੍ਹਾਂ ਕੋਈ ਵਿਅੰਗ ਕੁਛ ਇਸ ਤਰ੍ਹਾਂ ਦਾ ਹੋਵੇ ਵਿੱਚ ਲਿਖਿਆ ਵਾ ਜਿਹੜਾ ਤੁਸੀਂ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਜਿਹੜਾ ਮੇਰਾ ਗਾਣਾ ਸੀਗਾ ਉਹ ਸੀਗਾ, ਮੇਰਾ ਵੀਰ ਸਹੀ ਉਹ ਹੋ ਗਿਆ ਫਕੀਰ ਨਹੀਂ, ਪਾਪੀਆਂ ਨੂੰ ਫਿਰੇ ਤਾਰਦਾ, ਸਾਰੇ ਕਹਿਣ ਉਹਨੂੰ ਪੀਰਾਂ ਦਾ ਵੀ ਪੀਰ ਨਹੀਂ, ਪਾਪੀਆਂ ਨੂੰ ਫਿਰੇ ਤਾਰਦਾ। ਗੁਰੂ ਨਾਨਕ ਦੇਵ ਜੀ ਦੇ ਸ਼ਾਇਦ ਉਹਨਾਂ ਦੇ ਜੀਵਨ ਨੂੰ ਮੁੱਖ ਰੱਖ ਕੇ ਵਿਚਾਰ ਆਇਆ ਹੋਏਗਾ ਕਦੇ ਜੀ? ਹਾਂਜੀ ਜੀ। ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਨਾਲ ਮਰਦਾਨਾ ਜੀ ਰਹਿੰਦੇ ਸੀ, ਅਤੇ ਬਾਬਾ ਜੀ ਜਦੋਂ ਉਹਨਾਂ ਨੂੰ ਬਾਣੀ ਉਚਰਦੀ ਸੀ ਤਾਂ ਮਰਦਾਨਾ ਜੀ ਨੂੰ ਕਹਿੰਦੇ ਸੀ ਵੀ ਤੁਸੀਂ ਰਬਾਬ ਵਜਾਓ। ਅਤੇ ਉਸ ਸੰਬੰਧੀ ਜਿਵੇਂ ਹੈ, ਠੰਡੀ ਛਾਵਾਂ ਰੁੱਖ ਦੀ ਏ, ਦੋ ਘੜੀ ਬੈਠ ਇੱਥੇ, ਲਈਏ ਰੱਬ ਸੱਚੇ ਨੂੰ ਧਿਆ, ਬੇਰਬਾਬੀਆ ਰਤਾ ਕੋਈ ਰਬਾਬ ਤਾਂ ਵਜਾ, ਬੇਰਬਾਬੀਆ ਰਤਾ ਕੋਈ ਰਬਾਬ ਤਾਂ ਵਜਾ। ਸੁੱਝਦਾ ਨਾ ਕੁਝ, ਮਰਦਾਨਾ ਜੀ ਕਹਿ ਰਹੇ ਨੇ, ਸੁੱਝਦਾ ਨਾ ਕੁਝ, ਚੂਹੇ ਪੇਟ ਵਿੱਚ ਨੱਚਦੇ ਨੇ, ਲੱਗੀ ਡਾਡੀ ਭੁੱਖ ਤੇ ਤਰਾ, ਬਾਬਿਆ ਪਹਿਲਾਂ ਸਾਨੂੰ ਭੋਜਨ ਛਕਾ, ਬਾਬਿਆ ਪਹਿਲਾਂ ਸਾਨੂੰ ਭੋਜਨ ਛਕਾ, ਨਾਨਕ ਜੀ ਪਹਿਲਾਂ ਸਾਨੂੰ ਭੋਜਨ ਛਕਾ।
ਤੇ ਕਿੰਨੀ ਕੁ ਉਮਰ ਸੀ ਉਦੋਂ ਜਦੋਂ ਇਹ ਲਿਖਣ ਦਾ ਫੁਰਨਾ ਦਿਮਾਗ ਦੇ ਵਿੱਚ ਆਇਆ? ਜਿਹੜੀ ਪਹਿਲੀ ਜੋ ਤੁਸੀਂ ਕਿਤਾਬ ਲਿਖੀ ਆ, ਕਿੰਨੀ ਉਮਰ ਦੇ ਵਿੱਚ ਉਹ ਕਿਤਾਬ ਦਾ ਜੋ ਪ੍ਰਕਾਸ਼ਨ ਕਰਵਾਇਆ ਗਿਆ? 10ਵੀਂ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਲਗਭਗ 20-21 ਸਾਲ ਦੀ ਉਮਰ ਕਹਿ ਲਓ, 22 ਦੀ, ਇੰਨੀ ਕੁ ਉਮਰ ਦੇ ਵਿੱਚ ਮੈਂ ਪਹਿਲੀ ਜਿਹੜੀ ਪੁਸਤਕ ਹੈ ਸ਼ਹਿਨਸ਼ਾਹ ਫਕੀਰ ਸ਼੍ਰੀ ਗੁਰੂ ਨਾਨਕ ਦੇਵ, ਜਿਹਦੇ ਵਿੱਚ ਧਾਰਮਿਕ ਗੀਤ ਹੀ ਸਨ, ਸਾਰੇ ਹੀ ਧਾਰਮਿਕ ਵਿਸ਼ਿਆਂ 'ਤੇ ਸੀਗੇ, 10 ਗੁਰੂਆਂ ਬਾਰੇ, ਗੁਰੂ ਨਾਨਕ ਦੇਵ ਜੀ ਬਾਰੇ, ਉਹਨਾਂ ਦੀ ਜੀਵਨੀ ਬਾਰੇ, ਹੋਰ ਇਸ ਤਰ੍ਹਾਂ ਟੱਪੇ ਅਤੇ ਗੀਤ, ਦੋ ਗਾਣੇ ਇਸ ਤਰ੍ਹਾਂ ਦੇ, ਉਹ ਉਹਦੇ ਸ਼ਾਮਲ ਸੀਗੇ। ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਹੈ ਹੋਰ ਵਿਸ਼ਿਆਂ ਵੱਲ ਲਿਖਦੇ ਰਹੇ। ਪਹਿਲੀ ਧਾਰਮਿਕ ਕਿਤਾਬ ਲਿਖੀ ਆ, ਉਸ ਤੋਂ ਬਾਅਦ ਜੋ ਦੂਸਰੀਆਂ ਕਿਤਾਬਾਂ ਲਿਖੀਆਂ ਨੇ, ਪਹਿਲਾਂ ਤਾਂ ਉਹਨਾਂ ਦੇ ਨਾਮ ਤੁਹਾਤੋਂ ਜਾਣਾਂਗੇ ਕਿ ਕਿਹੜੇ ਕਿਹੜੇ ਉਹ ਨਾਮ ਸੀ ਜਿਹੜੇ ਕਿਤਾਬਾਂ ਦੇ ਤੁਸੀਂ ਦਿੱਤੇ, ਅਤੇ ਕਿਸ ਤਰ੍ਹਾਂ ਦਾ ਫਿਰ ਅੱਗੇ ਚੇਂਜਸ ਮਿਲਿਆ? ਸਾਰੇ ਧਾਰਮਿਕ ਹੀ ਕੀਤੀਆਂ ਜਾਂ ਸਮਾਜਿਕ ਕੁਰੀਤੀਆਂ ਜਿਹੜੀਆਂ ਦਰਸਾਈਆਂ ਨੇ ਉਹਨਾਂ ਦੇ ਬਾਰੇ ਵੀ ਕੁਛ ਲਿਖਿਆ ਗਿਆ ਇਹਨਾਂ ਦੇ ਵਿੱਚ ਜੀ? ਕਾਲਜ ਜਾਣ ਸਮੇਂ ਕਾਲਜ ਦੇ ਵਿੱਚ ਜਿਹੜੇ ਹੋਰ ਨਾਲ ਦੇ ਬੰਦੇ ਸੀਗੇ, ਕਾਲਜ ਦਾ ਮਾਹੌਲ ਹੈ ਤੁਹਾਨੂੰ ਪਤਾ ਵੀ ਸਕੂਲ ਤੋਂ ਵੱਖਰਾ ਹੁੰਦਾ, ਥੋੜ੍ਹਾ ਖੁੱਲ੍ਹਾ ਮਾਹੌਲ ਹੁੰਦਾ, ਅਤੇ ਉੱਥੇ ਵੀ ਜਦੋਂ ਵਿਹਲੀਆਂ ਕਲਾਸਾਂ ਦੇ ਵਿੱਚ ਬੈਠ ਕੇ ਕੁਛ ਲਿਖਦੇ ਕਰਦੇ ਸੀ, ਅਤੇ ਪੰਜਾਬੀ ਟੀਚਰਾਂ ਵੱਲੋਂ ਥੋੜ੍ਹਾ ਜਿਹਾ ਇਹ ਉਤਸ਼ਾਹਿਤ ਹੋਇਆ ਵੀ ਤੁਸੀਂ ਸਿਰਫ ਧਾਰਮਿਕ ਜਿਹੜੇ ਗੀਤ ਹੈ ਠੀਕ ਹੈ ਲਿਖਦੇ ਰਹੋ, ਇਸ ਦੇ ਨਾਲ ਤੁਸੀਂ ਕੋਈ ਹੋਰ ਕਵਿਤਾ, ਕੋਈ ਖੁੱਲ੍ਹੀ ਕਵਿਤਾ ਜਾਂ ਕੋਈ ਕਹਾਣੀ ਵੀ ਇਸ ਤਰ੍ਹਾਂ ਵੀ ਤੁਹਾਨੂੰ ਲਿਖਣਾ ਚਾਹੀਦਾ ਹੈ। ਅਤੇ ਪੰਜਾਬੀ ਦੇ ਪ੍ਰੋਫੈਸਰ ਸੀ ਜਿਹੜੇ, ਅਤੇ ਉਹਨਾਂ ਤੋਂ ਫਿਰ ਪ੍ਰੋਫੈਸਰ ਮੇਹਰ ਸਿੰਘ ਜੀ ਜਿਹੜੇ ਸਟਾਫ ਐਡੀਟਰ ਵੀ ਸੀਗੇ, ਔਰ ਮੈਂ ਉਸ ਸਮੇਂ ਸ਼ਵਾਰਕ ਮੈਗਜ਼ੀਨ ਦਾ ਸਟੂਡੈਂਟ ਐਡੀਟਰ ਸੀਗਾ, ਅਤੇ ਉਸ ਸਮੇਂ ਮੇਰੀਆਂ ਇਹਨਾਂ ਧਾਰਮਿਕ ਕਵਿਤਾਵਾਂ ਤੋਂ ਇਲਾਵਾ ਮੇਰੀਆਂ ਕੁਛ ਕਹਾਣੀਆਂ ਜਿਵੇਂ ਪਗਲੀ, ਘੁੰਡ ਅਤੇ 99 ਦਾ ਗੇੜ, ਇਹ 3-4 ਜਿਹੜੀਆਂ ਕਹਾਣੀਆਂ ਮੇਰੀਆਂ ਸ਼ਵਾਰਕ ਮੈਗਜ਼ੀਨ ਦੇ ਵਿੱਚ ਛਪਦੀਆਂ ਰਹੀਆਂ। ਕੋਈ ਗੀਤ ਜਿਹੜਾ ਤੁਸੀਂ ਲਿਖਿਆ ਹੋਵੇ ਦਰਸ਼ਕਾਂ ਨੂੰ ਸੁਣਾਉਣਾ ਹੋਵੇ ਇੱਕ ਗਾਇਕੀ ਦੇ ਤੌਰ 'ਤੇ, ਜਿਸ ਤਰ੍ਹਾਂ ਇੱਕ ਗਾ ਕੇ ਸੁਣਨਾ ਚਾਹਾਂਗੇ ਤੁਹਾਡੇ ਤੋਂ ਕਿ ਜੋ ਤੁਹਾਡਾ ਹੁਣ ਤੱਕ ਦਾ ਸਭ ਤੋਂ ਵਧੀਆ ਦਿਲ ਨੂੰ ਛੂਹਣ ਵਾਲਾ ਗੀਤ ਹੋਵੇ? ਕੋਰੇ ਕੋਰੇ ਕੁੱਜੇ ਵਿੱਚ ਠੰਡਾ ਠੰਡਾ ਪਾਣੀ, ਕੋਰੇ ਕੋਰੇ ਕੁੱਜੇ ਵਿੱਚ ਠੰਡਾ ਠੰਡਾ ਪਾਣੀ, ਪਈਆਂ ਪਲੰਗ 'ਤੇ ਮੈਂ ਫੁਲਕਾਰੀ ਤਾਣੀ, ਸਾਨੂੰ ਛਿੱਟੇ ਮਾਰ ਜਗਾਉਂਦਾ ਨੀ ਸੱਸੜੀਏ, ਸਾਡੀ ਅੱਲੜਾਂ ਦੀ ਨੀਂਦ ਗਵਾਉਂਦਾ ਨੀ ਸੱਸੜੀਏ, ਸਾਡੀ ਅੱਲੜਾਂ ਦੀ ਨੀਂਦ ਗਵਾਉਂਦਾ ਨੀ। ਜਿਸ ਤਰ੍ਹਾਂ ਤੁਸੀਂ ਗਾਣੇ ਦੀ ਗੱਲ ਕੀਤੀ ਹੈ, ਇਹਦੇ 'ਚ ਇੱਕ ਪਰਿਵਾਰਕ ਰਿਸ਼ਤੇ ਦੀ ਗੱਲ ਕੀਤੀ ਹੈ, ਸੱਸ ਨੂੰ ਦੇ ਕਹਿ ਲਈਏ, ਅਤੇ ਹੋਰ ਕਿਸ ਤਰ੍ਹਾਂ ਦੇ ਗਾਣੇ ਜਿਹੜੇ ਤੁਸੀਂ ਲਿਖੇ ਨੇ, ਪਰਿਵਾਰਿਕ ਲਿਖੇ ਨੇ ਜਾਂ ਸਮਾਜ ਦੇ ਵਿੱਚ, ਜਿਸ ਤਰ੍ਹਾਂ ਮੇਰਾ ਪਹਿਲਾਂ ਵੀ ਕੁਐਸਚਨ ਸੀ ਕਿ ਸਮਾਜਿਕ ਕੁਰੀਤੀਆਂ ਬਾਰੇ ਵੀ ਕੁਛ ਲਿਖਿਆ ਗਿਆ ਇਹਨਾਂ ਦੇ ਵਿੱਚ ਜੀ? ਲੁੱਕ ਛਿਪ ਸੱਜਣਾ ਆ ਜਾਵੇ, ਆ ਜਾਵੇ ਥੋੜ੍ਹੀ ਜਿਹੀ ਨਕਲ, ਆਏ ਥੋੜ੍ਹੀ ਜਿਹੀ ਨਕਲ ਕਰਾ ਜਾਵੇ, ਛੁਪ ਕੇ ਸੋਹਣਿਆ ਆ ਜਾਵੇ, ਛੁਪ ਕੇ ਕੁਝ ਤਾਂ ਹੱਲ ਕਰਾ ਜਾਵੇ, ਛੁਪ ਕੇ ਬਹੁਤ ਹੀ ਮੰਦੜਾ ਹਾਲ ਵੇ ਸੱਜਣਾ, ਮੁਸ਼ਕਲ ਬੜੇ ਸਵਾਲ ਵੇ ਸੱਜਣਾ, ਬਹੁਤ ਹੀ ਮੰਦੜਾ ਹਾਲ ਵੇ ਸੱਜਣਾ, ਮੁਸ਼ਕਲ ਬੜੇ ਸਵਾਲ ਵੇ ਸੱਜਣਾ, ਪੌਕਟ ਬੁੱਕ ਫੜਾ ਜਾਵੇ ਛੁਪ ਕੇ। ਸੋ ਪੇਪਰਾਂ ਦੇ ਦਿਨਾਂ ਦਾ ਬੜਾ ਵਧੀਆ ਇੱਕ ਵਿਅੰਗ ਲਿਖਿਆ ਗਿਆ, ਜਿਸ ਦੇ ਵਿੱਚ ਹਾਲਾਤ ਵੀ ਇਸ ਤਰ੍ਹਾਂ ਦੇ ਬਣ ਜਾਂਦੇ ਨੇ, ਕਿਉਂਕਿ ਬੱਚੇ ਪੜ੍ਹਦੇ ਹੈ ਨਹੀਂ ਪਹਿਲਾਂ, ਅਤੇ ਉਸ ਤੋਂ ਬਾਅਦ ਫਿਰ ਪਰਚੀਆਂ ਜਾਂ ਇਹਨਾਂ ਦਾ ਸਹਾਰਾ ਵੀ ਲੈਂਦੇ ਨੇ, ਮਿਲਦਾ ਨਹੀਂ, ਅਤੇ ਫਿਰ ਪਛਤਾਉਂਦੇ ਆ, ਸੱਜੇ ਖੱਬੇ ਨੂੰ ਦੇਖਦੇ ਆ ਵੀ ਕੋਈ ਮੈਨੂੰ ਦੱਸੇ ਕੁਛ, ਕੋਈ ਪਰਚੀ ਫੜਾਵੇ, ਜਦੋਂ ਨਹੀਂ ਕੁਛ ਚਾਰਾ ਬਣਦਾ ਫਿਰ ਫੇਲ ਹੋ ਜਾਂਦੇ ਆ। ਫਿਰ ਦਿਮਾਗ ਦੇ ਵਿੱਚ ਆਉਂਦਾ ਵੀ ਚੰਗਾ ਹੁੰਦਾ ਜੇ ਆਪਾਂ ਪੜ੍ਹ ਲੈਂਦੇ, ਨਾ ਨਕਲ ਦੀ ਲੋੜ ਪੈਂਦੀ, ਸੱਜੇ ਖੱਬੇ ਤੱਕਦੇ ਅਤੇ ਚੰਗੇ ਨੰਬਰਾਂ 'ਚ ਪਾਸ ਹੁੰਦੇ। ਇਹ ਇੱਕ ਨਕਲ ਦੀ ਕੁਰੀਤੀ ਬਾਰੇ ਮੇਰਾ ਗੀਤ। ਬਿਲਕੁਲ, ਕਹਿੰਦੇ ਮਿਹਨਤ ਕਰੀ ਦਾ ਰੰਗ ਤੁਹਾਡੇ ਮਾਰਕਸ ਤੋਂ ਜ਼ਿਆਦਾ ਪਤਾ ਲੱਗਦਾ, ਤੁਹਾਡੇ ਵਤੀਰੇ ਤੋਂ ਜ਼ਿਆਦਾ ਪਤਾ ਲੱਗਦਾ। ਅਤੇ ਉਸ ਤੋਂ ਬਾਅਦ ਸਮਾਜਿਕ ਤੌਰ 'ਤੇ ਜਿਸ ਤਰ੍ਹਾਂ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਕਿਤੇ ਨਾ ਕਿਤੇ ਨੌਕਰੀ ਵੀ ਜ਼ਰੂਰੀ ਸੀ, ਕਿਤੇ ਸਰਕਾਰੀ ਡਿਪਾਰਟਮੈਂਟ, ਕਿਤੇ ਨੌਕਰੀ ਦੇ ਵਿੱਚ ਤੁਹਾਡੀ ਜੋ ਲਿਖਤਾਂ ਸੀ ਇਹ ਉੱਥੇ ਕਿਤੇ ਕੰਮ ਆਈਆਂ, ਜਿਹੜਾ ਤੁਸੀਂ ਇੱਕ ਸ਼ੌਂਕ ਦੇ ਵਜੋਂ
ਕਿੱਤਾ ਰੱਖਿਆ ਸੀ? ਜਦੋਂ ਵੀ ਕੋਈ ਸਰਕਾਰੀ ਫੰਕਸ਼ਨ ਹੁੰਦਾ ਸੀ, ਜਿਸ ਤਰ੍ਹਾਂ ਮੈਂ ਪੰਜਾਬ ਸਕੱਤਰੇਤ ਦੇ ਵਿੱਚ ਆਪਣੀ ਪਹਿਲਾਂ ਪਨਸਪ 'ਚ ਨੌਕਰੀ ਸ਼ੁਰੂ ਕੀਤੀ, ਉਸ ਤੋਂ ਬਾਅਦ ਮੈਂ 75 'ਚ ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਚਲੇ ਗਿਆ ਅਤੇ ਉੱਥੇ ਮੈਂ 31/8/2010 ਨੂੰ ਬਤੌਰ ਸੁਬਡਨ ਗ੍ਰੇਡ 1 ਗਜ਼ਟਡ ਅਫਸਰ ਸੇਵਾ ਮੁਕਤ ਹੋਇਆ। ਜਦੋਂ ਵੀ ਕਿਤੇ ਉੱਥੇ ਫੰਕਸ਼ਨ ਹੁੰਦੇ ਸੀ ਕੋਈ ਸਰਕਾਰੀ, ਜਾਂ ਸਾਡੇ ਮੁੱਖ ਸਕੱਤਰ ਸੀ ਸਰਦਾਰ ਅਮਰੀਕ ਸਿੰਘ ਪੁੰਨੀ ਜੀ, ਉਹ ਵੀ ਬਹੁਤ ਵਧੀਆ ਕਵੀ ਸਨ, ਉਹਨਾਂ ਦੀਆਂ ਬਹੁਤ ਕਿਤਾਬਾਂ ਛਪੀਆਂ ਸਨ, ਅਤੇ ਹੋਰ NS ਰਤਨ ਜੀ ਅਤੇ ਹੋਰ ਵੀ ਸਰਦਾਰ ਪ੍ਰੀਤਮ ਸਿੰਘ ਜੀ IAS, ਬਹੁਤ ਅੱਛੇ ਆਫੀਸਰ ਸੀ, ਜਿਹੜੇ ਕੋਈ ਕਹਾਣੀ ਲਿਖਦਾ ਸੀ, ਕੋਈ ਕਵਿਤਾ ਲਿਖਦਾ ਸੀ, ਕੋਈ ਗਜ਼ਲ ਲਿਖਦਾ ਸੀ, ਉਹ ਸਾਨੂੰ ਬਹੁਤ ਨਿਵਾਜਦੇ ਸੀ, ਸੁਣਦੇ ਸੀ। ਜਦੋਂ ਵੀ ਕੋਈ ਸਰਕਾਰੀ ਫੰਕਸ਼ਨ ਦਫ਼ਤਰ ਦੇ ਵਿੱਚ ਹੁੰਦਾ ਸੀ, ਜਾਂ ਕੋਈ ਕਰਮਚਾਰੀ, ਕੋਈ ਅਧਿਕਾਰੀ ਸੇਵਾ ਮੁਕਤ ਹੁੰਦਾ ਸੀ, ਤਾਂ ਮੈਨੂੰ ਮੌਕਾ ਦਿੱਤਾ ਜਾਂਦਾ ਸੀ ਵੀ ਤੁਸੀਂ ਆਓ, ਐਂਕਰਿੰਗ ਦਾ ਜੋ ਸਪੀਕਰ ਦਾ ਜਾਂ ਸਟੇਜ ਸਕੱਤਰ ਦਾ ਜਿਹੜਾ ਕੰਮ ਹੈ ਉਹ ਤੁਸੀਂ ਨਿਭਾਓ, ਔਰ ਆਪਣੀ ਕੋਈ ਵਿਦਾਇਗੀ ਦੇ ਬਾਰੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਰਚਨਾ ਉਹ ਆਪਣੀ ਸਾਨੂੰ ਗਾ ਕੇ ਜਾਂ ਸੁਣਾ ਕੇ ਕਿਸੇ ਤਰ੍ਹਾਂ ਪੇਸ਼ ਕਰੋ। ਇਸ ਤਰ੍ਹਾਂ ਦੇ ਮੌਕੇ ਸੇਵਾ ਦੇ ਵਿੱਚ ਵੀ ਮਿਲਦੇ ਰਹਿੰਦੇ ਸੀ। ਜਿਸ ਤਰ੍ਹਾਂ ਕਾਫੀ ਲਿਖਾਰੀ ਸਭਾਵਾਂ ਵੀ ਹੈਗੀਆਂ ਨੇ, ਹੋਰ ਆਰਟਿਸਟਾਂ ਦੇ ਅਲੱਗ-ਅਲੱਗ ਗਰੁੱਪਸ ਵੀ ਬਣੇ ਹੋਏ ਨੇ, ਕੋਈ ਇਸ ਤਰ੍ਹਾਂ ਦੀ ਐਕਟੀਵਿਟੀ, ਕੋਈ ਇਸ ਤਰ੍ਹਾਂ ਦੇ ਗਰੁੱਪ ਵੀ ਤੁਸੀਂ ਨਾਲ ਜੁੜੇ ਹੋ ਜਿਨ੍ਹਾਂ ਦੇ ਨਾਲ ਕਿ ਇਸ ਕਿੱਤੇ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕੀਤਾ ਜਾ ਸਕੇ? ਸਭ ਤੋਂ ਪਹਿਲਾਂ ਮੈਂ ਸਕੂਲ ਤੋਂ ਬਾਅਦ ਜਦੋਂ ਰੋਪੜ ਗ੍ਰੈਜੂਏਸ਼ਨ ਪੂਰੀ ਕਰ ਰਿਹਾ ਸੀ, ਉਸ ਸਮੇਂ ਹੀ ਮੈਂ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਨਾਲ ਜੁੜ ਗਿਆ ਸੀਗਾ, ਕਿ ਉਹਦੇ ਨਾਲ ਮੈਂ ਜਿੰਨਾ ਚਿਰ ਰੋਪੜ ਰਿਹਾ, ਉਹ ਤੋਂ ਬਾਅਦ ਵੀ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਅਤੇ ਜ਼ਿਲ੍ਹਾ ਲਿਖਾਰੀ ਸਭਾ ਨੰਗਲ ਸ੍ਰੀ ਬਲਬੀਰ ਸੈਣੀ ਜੀ, ਉਹਨਾਂ ਦੇ ਨਾਲ ਜੁੜਿਆ ਰਿਹਾ। ਉਸ ਤੋਂ ਬਾਅਦ ਮੈਂ ਜਦੋਂ ਸਕੱਤਰੇਤ ਦੇ ਵਿੱਚ ਨੌਕਰੀ ਸ਼ਾਮਲ ਕੀਤੀ, ਤਾਂ ਉੱਥੇ ਇੱਕ ਪੰਜਾਬੀ ਕਵੀ ਮੰਡਲ ਨਾਂ ਦੀ ਸੰਸਥਾ ਸੀ ਰਜਿਸਟਰਡ, ਜਿਹਦੀਆਂ 21 ਸੈਕਟਰ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸੀ ਸੈਨਿਕ ਰੈਸਟ ਹਾਊਸ ਦੇ ਵਿੱਚ। ਫਿਰ ਮੈਂ ਉਹਦੇ ਨਾਲ ਜੁੜ ਗਿਆ। ਫਿਰ ਕਵਿਤਾ ਕੇਂਦਰ ਰਜਿਸਟਰਡ, ਉਹਦੇ ਨਾਲ ਜੁੜ ਗਿਆ। ਫਿਰ ਸਾਹਿਤ ਵਿਗਿਆਨ ਕੇਂਦਰ, ਉਹਦੇ ਨਾਲ ਜੁੜ ਗਿਆ। ਫਿਰ ਮੈਂ ਖੁਦ ਅਸੀਂ 1984 ਦੇ ਵਿੱਚ ਸਕੱਤਰੇਤ ਲੈਵਲ 'ਤੇ ਇੱਕ ਸਭਾ ਬਣਾਈ, ਪੰਜਾਬ ਸਕੱਤਰੇਤ ਸਾਹਿਤ ਸਭਾ, ਉਹਦਾ ਮੈਂ ਫਾਊਂਡਰ ਜਨਰਲ ਸਕੱਤਰ ਰਿਹਾ। ਉਸ ਤੋਂ ਬਾਅਦ ਮੀਤ ਸਕੱਤਰ ਵੀ ਰਿਹਾ, ਉਸ ਤੋਂ ਬਾਅਦ ਮੀਤ ਪ੍ਰਧਾਨ ਵੀ ਰਿਹਾ, ਅਤੇ ਮੈਂ 4-5 ਸਾਲ ਉਹਦਾ ਬਤੌਰ ਪ੍ਰਧਾਨ ਵੀ ਰਿਹਾ। ਅਤੇ ਉਸ ਸਮੇਂ ਸਾਡੀਆਂ ਪੁਲਾਂਘਾਂ, ਮਹਿਕ ਦੇ ਮੌਸਮ, ਕਾਵਿ ਮੰਡਲ ਤਾਰੇ, ਉਸ ਸਭਾ ਵੱਲੋਂ ਅਸੀਂ ਕਿਤਾਬਾਂ ਸਾਰਿਆਂ ਆਪਣੇ ਜਿਹੜੇ ਸਰਕਾਰੀ ਨੌਕਰੀ ਕਰਦੇ ਸੀ, ਜਿਨ੍ਹਾਂ ਨੂੰ ਲਿਖਣ ਦਾ ਸ਼ੌਕ ਸੀ, ਲਿਖਦੇ ਸੀ, ਉਹਨਾਂ ਤੋਂ ਇਕੱਤਰ ਕਰਕੇ ਕਵਿਤਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਉਸ ਸਮੇਂ ਵੀ ਅਸੀਂ ਪ੍ਰਕਾਸ਼ਿਤ ਕਰਾਈਆਂ। ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਤੁਸੀਂ ਲਿਖਦੇ ਹੋ, ਅੱਜ ਕੱਲ੍ਹ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਨਕਾਰਨ ਦਾ ਜੋ ਰਵੱਈਆ ਉਹ ਆਮ ਦੇਖਣ ਦੇ ਵਿੱਚ ਮਿਲਦਾ ਹੈ। ਸਾਡੇ ਬੱਚੇ ਜੇਕਰ ਸਕੂਲਾਂ 'ਚ ਪੰਜਾਬੀ ਬੋਲਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਫਾਈਨ ਵੀ ਲਗਾਏ ਜਾਂਦੇ ਨੇ, ਅਤੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਬੱਚਿਆਂ ਦੇ ਉੱਤੇ ਇਸ ਚੀਜ਼ ਦਾ ਕਿੰਨਾ ਕੁ ਫਰਕ ਪੈਂਦਾ ਹੈ ਕਿ ਤੁਸੀਂ ਪੰਜਾਬੀ ਲਿਖਦੇ ਹੋ ਲੇਕਿਨ ਸਕੂਲਾਂ ਦੇ ਵਿੱਚ ਪੰਜਾਬੀ ਤੋਂ ਮਨਾ ਕੀਤਾ ਜਾ ਰਿਹਾ ਹੈ? ਇਸ ਤਰ੍ਹਾਂ ਜੀ, ਸਾਡੇ ਸਮਿਆਂ ਦੇ ਵਿੱਚ ਜਿਹੜੀ ਇਹ ਵਿੱਦਿਆ ਸਿੱਖਿਆ ਹੈ ਉਹ ਕਮਰਸ਼ਲਾਈਜ਼ ਨਹੀਂ ਸੀ। ਸਿੱਖਿਆ ਦਾ ਮੰਤਵ ਸਿੱਖਿਆ ਹੀ ਸੀ ਵੀ ਬੱਚਿਆਂ ਨੂੰ ਜਿਹੜੀ ਹੈ ਆਪਣੀ ਮਾਤ ਭਾਸ਼ਾ ਵਿੱਚ ਸਿੱਖਿਆ ਦੇਣੀ ਹੈ, ਜਾਂ ਉੱਚ ਵਿੱਦਿਆ ਸੀ ਜਿਹੜੀਆਂ ਲਾਅ ਵਗੈਰਾ ਜਾਂ ਮੈਡੀਕਲ ਦੀਆਂ, ਉਹੀ ਜਿਹੜੀਆਂ ਦੂਸਰੀਆਂ ਭਾਸ਼ਾਵਾਂ ਜਿਵੇਂ ਇੰਗਲਿਸ਼ ਹੈ ਉਹਦੇ ਵਿੱਚ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਸਮਾਂ ਲੰਘਦਾ ਅਜੋਕਾ ਸਮਾਂ ਇਹੋ ਜਿਹਾ ਆ ਗਿਆ ਕਿ ਜਿਹੜੀ ਸਿੱਖਿਆ ਹੈ ਕਮਰਸ਼ੀਅਲਾਈਜ਼ ਹੋ ਗਈ, ਅਤੇ ਉਹਦੇ ਨਾਲ ਜਿਹੜੇ ਪ੍ਰਾਈਵੇਟ ਸਕੂਲ ਨੇ, ਇੰਗਲਿਸ਼ ਸਕੂਲ ਨੇ, ਉਹ ਹੋਂਦ ਵਿੱਚ ਆ ਗਏ ਹਨ। ਉਹ ਹੋਂਦ ਵਿੱਚ ਆਉਣ ਕਰਕੇ ਉਹਨਾਂ ਨੇ ਵਪਾਰਕ ਤੌਰ 'ਤੇ ਜਿਹੜਾ ਹੈ ਇਸ ਕੰਮ ਨੂੰ, ਵਿੱਦਿਆ ਨੂੰ ਸ਼ੁਰੂ ਕਰਤਾ, ਅਤੇ ਉਹਨਾਂ ਨੇ ਜਿਹੜੇ ਸਾਡੇ ਪਿੰਡਾਂ ਦੇ ਵੀ ਲੋਕ ਹਨ ਉਹ ਵੀ ਚਾਹੁੰਦੇ ਹਨ ਕਿ ਸਾਡੇ ਬੱਚੇ ਅੰਗਰੇਜ਼ੀ ਪੜ੍ਹਨ, ਅਤੇ ਇਹ ਰੁਝਾਨ ਹੈ ਜਿਹੜਾ ਸਰਕਾਰੀ ਸਕੂਲਾਂ ਵੱਲੋਂ ਮੁੜ ਕੇ ਅੰਗਰੇਜ਼ੀ ਸਕੂਲਾਂ ਵੱਲ ਨੂੰ ਜ਼ਿਆਦਾ ਰੁਝਾਨ ਹੋ ਗਿਆ ਹੈ, ਅਤੇ ਉੱਥੇ ਜਿਹੜਾ ਬੱਚਿਆਂ ਨੂੰ ਬਹੁਤਾ ਇੰਗਲਿਸ਼ 'ਤੇ ਹੀ ਜ਼ੋਰ ਦਿੱਤਾ ਜਾਂਦਾ। ਪੰਜਾਬੀ ਤਾਂ ਨਾ ਮਾਤਰੀ ਹੈ, ਲੇਕਿਨ ਮੈਂ ਇਹ ਕਹਾਂਗਾ ਵੀ ਬੇਸ਼ੱਕ ਸਾਡੇ ਬੱਚੇ ਅਸੀਂ ਉਹਨਾਂ ਨੂੰ ਸਰਕਾਰੀ ਸਕੂਲ 'ਚ ਪਾਈਏ, ਭਾਵੇਂ
ਅੰਗਰੇਜ਼ੀ ਸਕੂਲਾਂ 'ਚ ਪਾਈਏ, ਮਾਡਲ ਸਕੂਲਾਂ 'ਚ ਪਾਈਏ, ਕੌਨਵੈਂਟ ਸਕੂਲਾਂ 'ਚ ਪਾਈਏ, ਲੇਕਿਨ ਅਸੀਂ ਉਹਨਾਂ ਨੂੰ ਮੁੱਢਲੀ ਸਿੱਖਿਆ ਇਹੀ ਦਈਏ ਕਿਸੇ ਵੀ ਬੀਬਾ ਆਪਣੀ ਮਾਤ ਭਾਸ਼ਾ ਨੂੰ ਨਹੀਂ ਭੁੱਲਣਾ, ਉਹਨਾਂ ਨੂੰ ਘਰ ਵਿੱਚ ਪੰਜਾਬੀ ਬੋਲਣੀ ਸਿਖਾਈਏ, ਪੰਜਾਬੀ ਵਿੱਚ ਉਹਨਾਂ ਨਾਲ ਗੱਲ ਕਰੀਏ। ਬਾਕੀ ਉਹ ਸਕੂਲ ਦੇ ਵਿੱਚ ਭਾਵੇਂ ਅੰਗਰੇਜ਼ੀ 'ਚ ਪੜ੍ਹਨ, ਭਾਵੇਂ ਪੰਜਾਬੀ 'ਚ ਪੜ੍ਹਨ, ਲੇਕਿਨ ਅਸੀਂ ਮਾਤ ਭਾਸ਼ਾ ਉਹਨਾਂ ਨੂੰ ਭੁੱਲਣ ਨਾ ਦਈਏ। ਅਕਸਰ ਜਿਸ ਤਰ੍ਹਾਂ ਜਿਹੜੇ ਰਾਈਟਰ ਹੁੰਦੇ ਨੇ ਉਹਨਾਂ ਦੁਆਰਾ ਕਿਹਾ ਜਾਂਦਾ ਹੈ ਕਿ ਜਿਹੜੇ ਗੀਤਕਾਰ ਨੇ ਵਧੀਆ ਗੀਤ ਲਿਖਦੇ ਨੇ, ਤੁਸੀਂ ਖੁਦ ਲਿਖਦੇ ਹੋ ਕਿ ਕਿਸੇ ਕਲਾਕਾਰ ਨੂੰ ਗੀਤ ਦਿੰਦੇ ਆ ਲੇਕਿਨ ਉਸ ਦਾ ਜੋ ਮੇਨ ਬੈਨੀਫਿਟ ਹੈ ਉਹ ਜੋ ਕਲਾਕਾਰ ਆ ਉਹ ਲੈ ਜਾਂਦਾ ਹੈ, ਅਤੇ ਜੋ ਲਿਖਣ ਵਾਲੇ ਨੇ ਉਹਨਾਂ ਨੂੰ ਉਸਦੀ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ। ਤੁਸੀਂ ਵੀ ਵਧੀਆ ਲਿਖਿਆ, ਵਧੀਆ ਗਾਣੇ ਵਧੀਆ ਕਲਾਕਾਰਾਂ ਨੇ ਵੀ ਗਾਏ ਤੁਹਾਡੇ, ਕੀ ਤੁਹਾਡੇ ਗਾਣਿਆਂ ਦਾ ਮੁੱਲ ਪ੍ਰੋਪਰ ਤੁਹਾਨੂੰ ਮਿਲ ਸਕਿਆ ਹੁਣ ਤੱਕ ਜੀ? ਮੇਰੀਆਂ ਹੁਣ ਤੱਕ 5-6 ਜਿਹੜੀਆਂ ਹੈ ਕੈਸਟਾਂ ਮੇਰੇ ਗੀਤਾਂ ਦੀਆਂ, ਜਿਹੜੀਆਂ ਕਿ ਜਿਹਦੇ ਮੇਨਲੀ ਮੇਰੇ ਹੀ ਗੀਤ ਸਨ। ਅੱਜ ਅਸੀਂ ਕੌਣ ਹੋ ਗਏ, ਨੱਚੀ ਜਾਵਾਂ, ਤੇਰੇ ਪਿੱਛੇ ਲੱਗ ਕੇ, ਅਤੇ ਹੋਰ ਇਸ ਤਰ੍ਹਾਂ ਦੇ ਹੈਗੇ। ਉਹ ਬਹੁਤ ਸਾਰੇ ਸਿੰਗਰਾਂ ਨੇ, ਲੋਕਲ ਸਿੰਗਰਾਂ ਨੇ, ਬਾਹਰਲਿਆਂ ਨੇ ਵੀ, ਖਾਸ ਕਰ ਮੁਖਤਿਆਰ ਦਿਲ ਜੀ ਨੇ ਜੋ ਕੈਨੇਡਾ ਬਰੈਂਪਟਨ ਚਲੇ ਗਏ ਨੇ, ਉਹਨਾਂ ਨੇ ਮੋਸਟਲੀ ਮੇਰੇ ਗੀਤ ਰਿਕਾਰਡ ਕਰਾਏ ਹਨ। ਲੇਕਿਨ ਇਹ ਹੈ ਵੀ ਕਿਸੇ ਵੀ ਗਾਇਕ ਨੇ ਕੋਈ ਇਹਨਾਂ ਦਾ ਖਾਸ ਮੁੱਲ ਨਹੀਂ ਪਾਇਆ ਹੈ, ਬਸ ਆਦਰ ਮਾਣ ਹੀ ਮਿਲਦਾ ਰਿਹਾ, ਸਨਮਾਨ ਹੀ ਮਿਲਦਾ ਰਿਹਾ। ਬਈ ਬਹੁਤ ਅੱਛਾ ਹੈ ਜੀ, ਬਹੁਤ ਅੱਛਾ ਲਿਖਿਆ, ਆਹ ਗਾਣਾ ਤੁਸੀਂ ਇਸ ਤਰ੍ਹਾਂ ਲਿਖੋ, ਜਾਂ ਲਿਖ ਕੇ ਜਿਹੜਾ ਲਿਖਿਆ ਮੈਨੂੰ ਦੇ ਦਿਓ। ਅਤੇ ਇਸ ਤਰ੍ਹਾਂ ਦਾ ਕੋਈ ਮਤਲਬ ਆਪਾਂ ਨਾ ਉਹਨਾਂ ਤੋਂ ਕੋਈ ਬਹੁਤੀ ਉਮੀਦ ਕੀਤੀ ਹੈ, ਅਤੇ ਨਾ ਹੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਵੀ ਚਲੋ ਇਹਨਾਂ ਨੇ ਮਿਹਨਤ ਕੀਤੀ ਹੈ, ਇਹਨਾਂ ਨੂੰ ਕੁਛ ਦੇਣਾ ਬਣਦਾ, ਉਹਨਾਂ ਵੱਲੋਂ ਵੀ ਕੋਈ ਨਾ ਨੁੱਕਰ ਜਿਹੀ ਹੁੰਦੀ ਰਹੀ। ਬਿਲਕੁਲ, ਜੇਕਰ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਜੂਦ ਤਾਂ ਹੀ ਆ ਜੇਕਰ ਵਧੀਆ ਲਿਖਿਆ ਜਾਂਦਾ ਹੈ, ਜੇਕਰ ਲਿਖਿਆ ਨਾ ਜਾਵੇ ਤਾਂ ਕਲਾਕਾਰਾਂ ਨੂੰ ਕੌਣ ਪੁੱਛੇਗਾ। ਹਾਂਜੀ ਹਾਂਜੀ, ਬਹੁਤ ਜਿਹੜੇ ਸਾਡੇ ਗੀਤਕਾਰ ਨੇ ਅੱਜ ਕੱਲ੍ਹ, ਮੁੰਡੇ ਬਹੁਤ ਵਧੀਆ ਲਿਖਦੇ ਨੇ, ਅਤੇ ਕਈ ਖੁਦ ਗਾਉਂਦੇ ਵੀ ਨੇ। ਅਤੇ ਇਹ ਇੱਕ ਜਿਸ ਤਰ੍ਹਾਂ ਮੇਰੀ ਵੀ ਤਮੰਨਾ ਸੀ ਵੀ ਮੈਂ ਗੀਤ ਲਿਖਣੇ ਹੈ ਔਰ ਕਿਸੇ ਅੱਛੇ ਕਲਾਕਾਰ ਦੀ ਆਵਾਜ਼ ਵਿੱਚ ਰਿਕਾਰਡ ਕਰਾਉਣੇ ਹਨ। ਇਹ ਮੇਰੇ ਮਨ ਦੀ ਤਮੰਨਾ ਸੀ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ। ਜਿਵੇਂ ਮੇਰੇ ਗੀਤਾਂ ਨੂੰ ਹੰਸਰਾਜ ਜੀ ਗਾਉਣ, ਮੇਰੇ ਗੀਤਾਂ ਨੂੰ ਨਰਿੰਦਰ ਬੀਬਾ ਗਾਵੇ, ਮੇਰੇ ਗੀਤਾਂ ਨੂੰ ਕੋਈ ਹੋਰ ਅੱਛਾ ਜਿਹੜਾ ਗਾਇਕ ਹੈ ਉਹ ਗਾਵੇ। ਚਲੋ ਆਪਾਂ ਨੂੰ ਬਹੁਤ ਕੋਈ ਟੌਪ ਦੇ ਜਿਹੜੇ ਗਾਇਕ ਉਹ ਤਾਂ ਨਹੀਂ ਉਹਨਾਂ ਤੱਕ ਪਹੁੰਚ ਹੋ ਸਕੀ, ਲੇਕਿਨ ਲੋਕਲ ਤੌਰ 'ਤੇ ਜਿਹੜੇ ਅੱਛੇ ਸੀ ਸਿੰਗਰ, ਗੁਰਬੀਰ ਚੰਡੀਗੜ੍ਹੀ ਹੋ ਗਿਆ, ਕੇਵਲ ਮਾਨਕਪੁਰੀ ਜੀ ਹੋ ਗਏ, ਅਮਰ ਬਿਰਦੀ ਜੀ ਹੋ ਗਏ, ਨੀਲਮ ਚੌਹਾਨ ਜੀ ਹੋ ਗਏ, ਬਲਜੀਤ ਕੌਰ ਮੋਹਾਲੀ ਹੋ ਗਏ, ਮੁਖਤਿਆਰ ਦਿਲ ਹੋ ਗਏ, ਕੁਲਵੰਤ ਮਾਵੀ ਹੋ ਗਏ, ਇਹ ਬਹੁਤ ਸਾਰੇ ਜਿਹੜੇ ਗਾਇਕ ਨੇ ਪੰਜਾਬੀ, ਇਹਨਾਂ ਨੇ ਮੇਰੇ ਗੀਤ ਰਿਕਾਰਡ ਕਰਾਏ ਹਨ। ਚਲੋ ਮਾਣ ਤਾਣ ਮਿਲਦਾ ਰਿਹਾ, ਅਸੀਂ ਤਾਂ ਇੰਨੇ ਦੇ ਨਾਲ ਹੀ ਖੁਸ਼ ਹਾਂ। ਅਤੇ ਪੁਰਾਣੀ ਗਾਇਕੀ ਅਤੇ ਅੱਜ ਦੀ ਗਾਇਕੀ ਦੇ ਵਿੱਚ ਕੀ ਲੱਗਦੇ ਹੋ ਕਿ ਕਿੰਨਾ ਕੁ ਫੇਰ ਬਦਲ ਹੋਇਆ ਹੈ? ਕਿਉਂਕਿ ਅੱਜ ਦੀ ਜੋ ਗਾਇਕੀ ਹੈ ਸਾਰੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ, ਨਸ਼ੇ ਨੂੰ ਪ੍ਰਮੋਟ ਕਰ ਰਹੀ ਹੈ, ਔਰ ਤੁਹਾਡੇ ਗੀਤਾਂ ਦੇ ਵਿੱਚ ਕਿਤੇ ਨਾ ਕਿਤੇ ਪਰਿਵਾਰਵਾਦ ਨਜ਼ਰ ਆ ਰਿਹਾ, ਜੋ ਆਪਣੇ ਰੋਜ਼ਾਨਾ ਜ਼ਿੰਦਗੀ 'ਚ ਘਟਨਾਕ੍ਰਮ ਹੁੰਦੇ ਨੇ ਉਹ ਨਜ਼ਰ ਆਉਂਦੇ ਨੇ। ਕਿਤੇ ਨਾ ਕਿਤੇ ਜਿਹੜੇ ਕਲਾਕਾਰ ਲਗਾਤਾਰ ਹੀ ਇਹਨਾਂ ਦੇ ਪਿੱਛੇ ਪਏ ਹੋਏ ਨੇ, ਨਸ਼ੇ ਦੇ ਪਿੱਛੇ ਪੈ ਗਏ ਨੇ ਜਾਂ ਹਥਿਆਰਾਂ ਦੇ ਪਿੱਛੇ ਪੈ ਗਏ ਨੇ, ਸਾਡੀ ਨੌਜਵਾਨੀ ਨੂੰ ਗਲਤ ਪਾਸੇ ਵੱਲ ਨਹੀਂ ਲੈ ਕੇ ਜਾ ਰਹੇ। ਕੀ ਉਹਨਾਂ ਕਲਾਕਾਰਾਂ ਦੇ ਲਈ ਕਹਿਣਾ ਚਾਹੋਗੇ? ਦੇਖੋ, ਨਸ਼ੇ ਤਾਂ ਸ਼ੁਰੂ ਤੋਂ ਸੀਗੇ, ਪਹਿਲਾਂ ਵੀ ਸੀਗੇ ਸਮਾਜ 'ਚ। ਵਿਆਹ ਸ਼ਾਦੀਆਂ ਦੇ ਵਿੱਚ ਜਾਂ ਖੁਸ਼ੀ ਦੇ ਮੌਕੇ 'ਤੇ ਜਿਹੜਾ ਹੈ ਦਾਰੂ ਦਾ ਸੇਵਨ ਵੀ ਹੁੰਦਾ ਸੀ, ਵਿਆਹ ਸ਼ਾਦੀਆਂ 'ਚ ਵੀ ਹੁੰਦਾ ਸੀ, ਖੁਸ਼ੀ ਦੇ ਮੌਕਿਆਂ 'ਤੇ ਵੀ ਹੁੰਦਾ ਸੀ। ਲੇਕਿਨ ਕੋਈ ਦੌਰ ਇਸ ਤਰ੍ਹਾਂ ਦਾ ਸ਼ੁਰੂ ਹੋ ਗਿਆ, ਕੁਛ ਸੰਸਥਾਵਾਂ ਨੇ, ਕੁਛ ਲੋਕਾਂ ਨੇ, ਜਿਹੜੇ ਵਪਾਰਕ ਕਿਸਮ ਦੇ ਲੋਕ ਸੀ, ਉਹਨਾਂ ਨੇ ਸਾਡੇ ਨੌਜਵਾਨ ਵਰਗ ਨੂੰ ਬਰਗਲਾ ਕੇ ਇਸ ਪਾਸੇ ਨੂੰ ਤੋਰ ਲਿਆ, ਔਰ ਉਹ ਹੌਲੀ ਆਪਣੇ ਕੰਮਾਂ ਕਾਰਾਂ ਤੋਂ ਹਟ ਕੇ ਨਸ਼ਿਆਂ ਦੇ ਆਦੀ ਹੋ ਗਏ। ਅਤੇ ਇਸੇ ਤਰ੍ਹਾਂ ਜਿਹੜੇ ਅੱਜ ਦੇ ਗਾਇਕ ਨੇ, ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਫਾਇਦਾ ਚੁੱਕਦੇ ਆ, ਮੋਸਟਲੀ ਨਸ਼ਿਆਂ ਬਾਰੇ, ਉਹਨਾਂ ਨੂੰ ਉਤਸ਼ਾਹਿਤ ਕਰਨ ਬਾਰੇ ਜਾਂ ਹਥਿਆਰਾਂ ਬਾਰੇ, ਗੋਲੀ ਸਿੱਕਾ ਬਰੂਦ ਰਫਲਾਂ ਜੋ ਵੀ ਹੈ, ਅਤੇ ਉਹਨਾਂ ਬਾਰੇ ਹੀ
ਜਿਹੜੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਅਤੇ ਉਹ ਜਿਹੜੇ ਨੌਜਵਾਨ ਪਹਿਲਾਂ ਹੀ ਗ੍ਰਸਤ ਸੀਗੇ ਨਸ਼ੇ ਦੇ ਵਿੱਚ, ਅਤੇ ਉਹ ਸਮਾਜ ਦਾ ਕੁਛ ਇਸ ਤਰ੍ਹਾਂ ਦਾ ਰੁਖ ਹੋਇਆ ਵੀ ਰੁਝਾਨ ਜ਼ਿਆਦਾ ਉੱਧਰਲੇ ਪਾਸੇ ਨੂੰ ਹੋ ਗਿਆ। ਅਤੇ ਇਹ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਅਤੇ ਸਾਡੇ ਜਿਹੜੇ ਗੀਤਕਾਰ ਵੀਰ ਨੇ ਉਹਨਾਂ ਨੂੰ ਵੀ ਜਿਹੜਾ ਸਮਾਜ ਨੂੰ ਸੇਧ ਦੇਣ ਵਾਸਤੇ ਜਾਂ ਜਿਹੜੇ ਉਹਨਾਂ ਨੂੰ ਨਸ਼ਿਆਂ 'ਚੋਂ ਕੱਢਣ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਰਚਨਾ ਕਰਨੀ ਚਾਹੀਦੀ ਹੈ, ਗੀਤ ਲਿਖਣੇ ਚਾਹੀਦੇ ਹਨ। ਔਰ ਜਿਹੜੇ ਗਾਇਕ ਵੀਰ ਨੇ ਉਹਨਾਂ ਨੂੰ ਵੀ ਇਹੀ ਚਾਹੀਦਾ ਹੈ ਵੀ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਜਿਹੜੇ ਗੀਤ ਨੇ ਉਹੀ ਸਮਾਜ ਦੇ ਵਿੱਚ ਲਿਆਂਦੇ ਜਾਣ, ਉਹੀ ਗਾਏ ਜਾਣ। ਇਸੇ ਦੇ ਨਾਲ ਇਹ ਸਾਡੇ ਸਮਾਜ ਦਾ ਭਲਾ ਹੋ ਸਕਦਾ। ਕਿਸਾਨੀ ਸੰਘਰਸ਼ ਆਪਣੇ ਜ਼ੋਰਾਂ ਦੇ ਉੱਤੇ ਚੱਲ ਰਿਹਾ ਜੀ, ਕੀ ਉਹਨਾਂ ਕਿਸਾਨ ਵੀਰਾਂ ਦੇ ਲਈ ਵੀ ਕੁਛ ਅੱਜ ਤੁਸੀਂ ਲਿਖਿਆ? ਹਾਂ, ਉਹਨਾਂ ਬਾਰੇ ਵੀ ਮੈਂ ਕੁਛ ਲਿਖਿਆ ਸੀਗਾ। ਇੱਕ ਹੱਥ ਝੰਡਾ ਮੋਢੇ ਪਰਨਾ, ਇੱਕ ਹੱਥ ਝੰਡਾ ਮੋਢੇ ਪਰਨਾ, ਟਿੱਕਰੀ ਬਾਰਡਰ 'ਤੇ ਲਾਇਆ ਧਰਨਾ, ਤਿੰਨੋਂ ਐਕਟ ਨੇ ਰੱਦ ਕਰਾਉਣੇ, ਇੱਕੋ ਇੱਕ ਨਿਸ਼ਾਨਾ, ਤਾਂ ਹੀ ਗੱਲ ਬਣਨੀ, ਓਏ ਡਟਿਆ ਰਹੀ ਕਿਸਾਨਾ, ਤਾਂ ਹੀ ਗੱਲ ਬਣਨੀ, ਓਏ ਡਟਿਆ ਰਹੀ ਕਿਸਾਨਾ। ਅਤੇ ਸਰ ਕਾਫੀ ਲੰਬੇ ਸਮੇਂ ਤੋਂ ਤੁਸੀਂ ਲਿਖ ਰਹੇ ਹੋ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 20-22 ਸਾਲ ਦੀ ਉਮਰ ਤੋਂ ਲਿਖਣਾ ਸਟਾਰਟ ਕਰ ਦਿੱਤਾ ਸੀ। ਉਸ ਤੋਂ ਬਾਅਦ ਕਿਆ ਸਰਕਾਰਾਂ ਨੇ ਕੁਛ ਵਿੱਚ ਯੋਗਦਾਨ ਪਾਇਆ ਆਪਣਾ, ਕੁਛ ਤੁਹਾਨੂੰ ਹੱਲਾਸ਼ੇਰੀ ਦੇਣ ਦੇ ਲਈ ਕਦੇ ਕਿਸੇ ਸਟੇਜ ਦੇ ਉੱਤੇ ਸਨਮਾਨਿਤ ਕੀਤਾ ਹੋਵੇ, ਜਾਂ ਕੁਛ ਮੁਆਵਜ਼ੇ ਦੇ ਤੌਰ 'ਤੇ ਕਹਿ ਲਈਏ ਕਿ ਤੁਹਾਡੀ ਜਿਸ ਤਰ੍ਹਾਂ ਬੁੱਕ ਲਿਖਦੇ ਹੋ ਉਸ ਦੇ ਵਿੱਚ ਕਦੇ ਹੈਲਪ ਕੀਤੀ ਹੋਵੇ? ਨਹੀਂ, ਇਸ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਮੁਆਵਜ਼ਾ ਜਾਂ ਕੋਈ ਸਹਾਇਤਾ ਕੋਈ ਨਹੀਂ ਪ੍ਰਦਾਨ ਹੋਈ। ਹਾਂ, ਭਾਸ਼ਾ ਭਾਗ ਪੰਜਾਬ ਜਿਹੜਾ ਹੈ ਜ਼ਰੂਰ ਗਾਹੇ ਵਗਾਹੇ ਜਦੋਂ ਵੀ ਡਾਇਰੈਕਟਰ ਸਾਹਿਬ ਕਿਤੇ ਪ੍ਰੋਗਰਾਮਾਂ 'ਚ ਆਉਂਦੇ ਰਹੇ, ਮਿਲਦੇ ਰਹੇ, ਡਿਪਟੀ ਡਾਇਰੈਕਟਰ ਆ ਉਹਨਾਂ ਦੇ ਹੋਰ ਅਧਿਕਾਰੀ ਜਿਹੜੇ ਮਿਲਦੇ ਰਹੇ ਹੈ, ਉਹ ਇਸ ਤਰ੍ਹਾਂ ਦਾ ਹੱਲਾਸ਼ੇਰੀ ਦਿੰਦੇ ਰਹੇ ਹੈ। ਲੇਕਿਨ ਸਾਰਥਕ ਤੌਰ 'ਤੇ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਉਹ ਕੀਤਾ। ਉਹ ਤਾਂ ਇਹ ਸੀ ਵੀ ਖਰੜਾ ਸਾਨੂੰ ਦਿਓ, ਅਸੀਂ ਆਪਣੇ ਮਾਹਰਾਂ ਨੂੰ ਭੇਜਾਂਗੇ, ਜੋ ਸੁਝਾਅ ਦੇਵੇਗੀ ਤਾਂ ਅਸੀਂ ਤੁਹਾਡੀ ਪੁਸਤਕ ਛਾਪ ਦੇਵਾਂਗੇ। ਇਹ ਹੁੰਦਾ ਸੀ ਵੀ ਖਰੜਾ ਲੈ ਕੇ ਰੱਖ ਲੈਂਦੇ ਸੀ, ਸਾਲ 2-2 ਸਾਲ ਲੰਘਾ ਲੈਂਦੇ ਸੀ, ਅਤੇ ਉਹ ਕਿਤਾਬ ਦਾ ਲਿਖਣ ਦਾ ਮਕਸਦ ਜਿਹੜਾ ਇਹ ਵਿੱਚ ਅਧੂਰਾ ਰਹਿ ਜਾਂਦਾ ਸੀ। ਅਤੇ ਲੇਕਿਨ ਅਸੀਂ ਤਾਂ ਆਪ ਹੀ ਜਿਹੜੀ ਮਾੜੀ ਮੋਟੀ ਮਾਇਆ ਜੋੜ ਕੇ ਆਪਣੀ ਕਿਰਤ ਕਮਾਈ 'ਚੋਂ ਹੀ ਜਾਂ ਆਪਣੀ ਜਿਹੜੀ ਹੈ ਤਨਖਾਹ ਵਿੱਚੋਂ ਹੀ ਥੋੜ੍ਹਾ ਕਰਕੇ ਜਿਸ ਤਰ੍ਹਾਂ ਵੀ ਹੈ ਹੱਲਾਸ਼ੇਰੀ, ਮਤਲਬ ਇਸ ਤਰ੍ਹਾਂ ਦੀ ਕੋਈ ਸਨਮਾਨ ਜ਼ਰੂਰ ਪੰਜਾਬ ਸਕੱਤਰੇਤ ਸਾਹਿਤ ਸਭਾ ਰਜਿਸਟਰਡ ਚੰਡੀਗੜ੍ਹ ਵੱਲੋਂ, ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਰਜਿਸਟਰਡ ਚੰਡੀਗੜ੍ਹ ਵੱਲੋਂ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਰਜਿਸਟਰਡ ਚੰਡੀਗੜ੍ਹ ਵੱਲੋਂ, ਕਵਿਤਾ ਕੇਂਦਰ ਚੰਡੀਗੜ੍ਹ ਵੱਲੋਂ ਸਾਹਿਤ ਵਿਗਿਆਨ ਅਤੇ ਸ਼੍ਰੋਮਣੀ ਲਿਖਾਰੀ ਸਭਾ ਵੱਲੋਂ ਜਿਹੜਾ ਸਨਮਾਨ ਹੈ, ਆਹ ਜਿਹੜਾ ਹੈ ਕਵਰ ਹੈ, ਇਹ ਵੀ ਉਹਨਾਂ ਦਾ ਇੱਕ ਸਨਮਾਨ ਪੱਤਰ ਹੀ ਹੈ। ਤੋ ਇਸ ਤਰ੍ਹਾਂ ਦਾ ਜਿਹੜੇ ਸਨਮਾਨ ਜ਼ਰੂਰ 4-5 ਸੰਸਥਾਵਾਂ ਵੱਲੋਂ ਜਿਹੜਾ ਮੈਨੂੰ ਮਿਲਿਆ ਹੈ। ਕਿ ਮਾਇਕਸ ਜਿਹੜੀ ਸਹਾਇਤਾ ਹੈ ਸਰਕਾਰ ਵੱਲੋਂ ਜਾਂ ਭਾਸ਼ਾ ਵਿਭਾਗ ਵੱਲੋਂ ਜਾਂ ਕਿਸੇ ਹੋਰ ਵਿਭਾਗ ਵੱਲੋਂ ਕੋਈ ਇਸ ਤਰ੍ਹਾਂ ਦੀ ਨਹੀਂ ਪ੍ਰਾਪਤ ਹੋਈ। ਅਤੇ ਸਰ ਲਾਸਟ ਦੇ ਵਿੱਚ ਜੋ ਆਖਰੀ ਕੁਐਸਚਨ ਹੈ, ਕੀ ਸੁਨੇਹਾ ਦੇਣਾ ਚਾਹੋਗੇ ਨਵੇਂ ਗੀਤਕਾਰਾਂ ਨੂੰ? ਕਿਉਂਕਿ ਅੱਜ ਕੱਲ੍ਹ ਦੀ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਹੋਈ ਹੈ ਕਿ ਆਪਣਾ ਟੌਪਿਕ ਆਪਣਾ ਵਿਰਸਾ ਛੱਡ ਕੇ ਆਪਾਂ ਗਲਤ ਪਾਸੇ ਚਲੇ ਗਏ ਹਾਂ, ਅਤੇ ਉਹਨਾਂ ਦੇ ਲਈ ਜਾਂ ਜਿਨ੍ਹਾਂ ਨੂੰ ਗਾਉਣ ਤੱਕ ਦਾ ਵੀ ਚੱਜ ਨਹੀਂ ਲੇਕਿਨ ਫਿਰ ਵੀ ਅੱਜ ਸਟੇਜਾਂ ਦੇ ਉੱਤੇ ਚੜ੍ਹੇ ਹੋਏ ਨੇ, ਜਾਂ ਲਿਖਣ ਦਾ ਚੱਜ ਨਹੀਂ ਲੇਕਿਨ ਫਿਰ ਵੀ ਗਾਣੇ ਗਾਏ ਜਾਂਦੇ ਨੇ, ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ? ਕਿਉਂਕਿ ਅੱਜ ਦਾ ਜੋ ਮਾਹੌਲ ਵਿਗੜ ਚੁੱਕਿਆ ਬਿਲਕੁਲ, ਇਸ ਨੂੰ ਆਪਾਂ ਵਧੀਆ ਇੱਕ ਸਮਾਜ ਸਿਰ ਸਕੀਏ, ਆਪਣਾ ਹਰ ਇੱਕ ਵਿਅਕਤੀ ਵਧੀਆ ਯੋਗਦਾਨ ਪਾ ਸਕੇ, ਉਹਨਾਂ ਸਾਰਿਆਂ ਦੇ ਲਈ ਕੀ ਤੁਹਾਡੇ ਵੱਲੋਂ ਅਪੀਲ ਕੀਤੀ ਜਾਵੇਗੀ, ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਜਿੰਨੇ ਵੀ ਸਾਡੇ ਲਿਖਣ ਵਾਲੇ ਹੈ, ਭਾਵੇਂ ਗੀਤਕਾਰ ਹੈ, ਭਾਵੇਂ ਕਵਿਤਾ ਦੀ ਰਚਨਾ ਕਰਦਾ, ਭਾਵੇਂ ਕਹਾਣੀ ਦੀ ਰਚਨਾ ਕਰਦਾ ਹੈ, ਉਹਨਾਂ ਨੂੰ ਮੇਰੀ ਇਹ ਅਪੀਲ ਹੈ ਵੀ ਸਮਾਜ ਜੋ ਕਿ ਤਾਣਾ ਬਾਣਾ ਜਿਹੜਾ ਹੈ ਸਾਡਾ, ਖਾਸ ਕਰਕੇ ਪੇਂਡੂ, ਬਹੁਤ ਵਿਗੜ ਚੁੱਕਿਆ ਨਸ਼ਿਆਂ 'ਚ ਗਲਤਾਨ ਹੋਣ ਕਰਕੇ। ਜਿਹੜਾ ਵੀ ਬੱਚਾ ਨਸ਼ੇ ਦੇ ਵਿੱਚ ਕਿਸੇ ਪਰਿਵਾਰ 'ਚੋਂ ਪੈ ਜਾਂਦਾ ਹੈ, ਉਹ ਪਰਿਵਾਰ ਜਿਹੜਾ ਨਸ਼ਟ ਹੀ ਹੋ ਜਾਂਦਾ।
ਤੇ ਮੁੜ ਕੇ ਪੈਰਾਂ 'ਤੇ ਨਹੀਂ ਖੜ੍ਹਦਾ। ਇਸ ਕਰਕੇ ਮੇਰੀ ਇਹੀ ਮੁਰਾਦ ਹੈ ਸਾਰੇ ਗਾਇਕਾਂ ਨੂੰ ਵੀ, ਗੀਤਕਾਰਾਂ ਨੂੰ ਵੀ, ਤੇ ਆਪਾਂ ਜਿਹੜਾ ਨਰੋਆ ਅਤੇ ਨਿੱਗਰ ਸਾਹਿਤ ਜਿਹੜਾ ਲਿਖੀਏ। ਜਿੰਨੀਆਂ ਵੀ ਸਮਾਜ ਦੇ ਵਿੱਚ ਬੁਰਾਈਆਂ ਹਨ, ਭਾਵੇਂ ਦਾਜ ਦੀ ਲਾਹਨਤ ਹੈ, ਭਾਵੇਂ ਨਸ਼ੇ ਹਨ, ਭਾਵੇਂ ਕੋਈ ਵਾਤਾਵਰਣ ਦੇ ਪ੍ਰਦੂਸ਼ਣ ਦਾ ਹੈ, ਭਾਵੇਂ ਕੋਈ ਹੋਰ ਅੱਜ ਕੱਲ੍ਹ ਮਸਲੇ ਨੇ ਸਾਡੇ ਕਿਸਾਨੀ ਦੇ ਜਾਂ ਸਮਾਜਿਕ ਮਸਲੇ ਨੇ, ਉਹਨਾਂ ਮਸਲਿਆਂ 'ਤੇ ਹੀ ਅਸੀਂ ਆਪਣੇ ਆਪ ਨੂੰ ਕੇਂਦਰਿਤ ਰੱਖੀਏ। ਅਤੇ ਕਮਰਸ਼ੀਅਲਾਈਜ਼ ਹੋ ਕੇ ਆਪਾਂ ਇਸ ਤਰ੍ਹਾਂ ਦੇ ਗੀਤ ਨਾ ਲਿਖੀਏ, ਇਸ ਤਰ੍ਹਾਂ ਦੇ ਜਿਹੜੇ ਗੀਤ ਨਾ ਰਿਕਾਰਡ ਕਰਾਈਏ ਮਾਰਕੀਟ ਦੇ ਵਿੱਚ, ਜਿਹੜੀਆਂ ਕੈਸਟਾਂ ਹਨ ਵੀ ਜਿਹੜੀਆਂ ਸਾਡੇ ਨੌਜਵਾਨ ਨੂੰ ਕੁਰਾਹੇ ਪਾਉਣ। ਸੋ ਇਹ ਸਰਦਾਰ ਕੁਲਦੀਪ ਸਿੰਘ ਦੀਪ ਜੀ, ਜਿਨ੍ਹਾਂ ਨੇ ਬਹੁਤ ਵੱਡਾ ਸਾਹਿਤ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ, ਵੱਖ-ਵੱਖ ਰਿਸ਼ਤਿਆਂ ਨੂੰ ਸਮਰਪਿਤ ਜੋ ਇਹਨਾਂ ਨੇ ਲਿਖਤਾਂ ਲਿਖੀਆਂ ਨੇ, ਅਤੇ ਅਪੀਲ ਕੀਤੀ ਆ ਸਾਰੇ ਹੀ ਉਹਨਾਂ ਕਲਾਕਾਰਾਂ ਨੂੰ ਅਤੇ ਲਿਖਣ ਵਾਲਿਆਂ ਨੂੰ ਕਿ ਵਧੀਆ ਲਿਖੀਏ, ਵਧੀਆ ਸਮਾਜ ਦੀ ਸਿਰਜਣਾ ਕਰੀਏ। ਕਿਸਾਨੀ ਦਾ ਮੁੱਦਾ ਚੱਲ ਰਿਹਾ ਹੈ, ਬਹੁਤ ਵਧੀਆ ਗੀਤ ਉਹਨਾਂ ਦੇ ਲਈ ਲਿਖੇ ਗਏ ਨੇ, ਗਾਏ ਵੀ ਗਏ ਨੇ। ਉਸ ਤਰ੍ਹਾਂ ਦਾ ਕਲਚਰ ਆਪਾਂ ਪ੍ਰਮੋਟ ਕਰੀਏ, ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਪ੍ਰਮੋਟ ਕਰੀਏ, ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਜਿਸ ਦੇ ਨਾਲ ਹੋ ਸਕੇ। ਅਤੇ ਬੱਚਿਆਂ ਦੇ ਲਈ ਜਿਸ ਤਰ੍ਹਾਂ ਸਕੂਲਾਂ ਦੀ ਗੱਲ ਹੋਈ ਹੈ ਕਿ ਸਕੂਲਾਂ ਦੇ ਵਿੱਚ ਬੇਸ਼ੱਕ ਦੀ ਅੰਗਰੇਜ਼ੀ ਮਾਧਿਅਮ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਲੇਕਿਨ ਆਪਣੀ ਮਾਤ ਭਾਸ਼ਾ ਦਾ ਵੀ ਖਿਆਲ ਰੱਖੀਏ। ਕਿਤੇ ਇਹ ਨਾ ਹੋਵੇ ਕਿ ਅਸੀਂ ਵਿਦੇਸ਼ਾਂ ਦੇ ਨਾਲ ਰਹਿ ਕੇ ਅਤੇ ਅਸੀਂ ਆਪਣੀ ਮਾਤ ਭਾਸ਼ਾ ਤੋਂ ਟੁੱਟ ਜਾਈਏ। ਦੇਖਦੇ ਰਹੋ ਸਿੰਘ ਮੀਡੀਆ ਅਤੇ ਪੰਜਾਬ ਅਪ ਨਿਊਜ਼ ਚੈਨਲ। ਅਗਲੇ ਹਫ਼ਤੇ ਇੱਕ ਹੋਰ ਫਨਕਾਰ ਦੇ ਨਾਲ ਤੁਹਾਨੂੰ ਇਸੇ ਤਰ੍ਹਾਂ ਰੂਬਰੂ ਕਰਾਂਗੇ। ਬਣੇ ਰਹੋ ਤੇ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ। ਸਤਿ ਸ੍ਰੀ ਅਕਾਲ। ਖੇਡ ਜਗਤ ਅਤੇ ਦੇਸ਼ ਦੁਨੀਆ ਦੀ ਹਰ ਵੱਡੀ ਤੋਂ ਵੱਡੀ ਖਬਰ ਲਈ ਹੁਣੇ ਕਰੋ ਸਾਡੇ ਚੈਨਲ ਪੰਜਾਬ ਅਪ ਨਿਊਜ਼ ਨੂੰ ਸਬਸਕ੍ਰਾਈਬ ਅਤੇ ਵੈਬਸਾਈਟ ਤੇ ਬ੍ਰੇਕਿੰਗ ਨਿਊਜ਼ ਦੇਖਣ ਲਈ ਜਾਓ www.punjabupnews.com ਤੇ।